हाँ जी दोस्तों, सत श्री अकाल जी। मैं रमनदीप सिंह एक वारी फिर हाजिर हाँ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ 'ਤੇ ਅਤੇ ਸਵਾਗਤ ਕਰਦਾ ਹਾਂ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ 'ਤੇ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ 6th ਕਲਾਸ ਦੇ ਪੰਜਾਬ ਬੋਰਡ ਦੇ 4th ਨੰਬਰ ਚੈਪਟਰ ਜਿਹੜਾ ਸੋਸ਼ਲ ਸਟੱਡੀ ਦਾ ਹਾਊ ਮੈਪਸ ਹੈਲਪਸ ਅਸ, ਨਕਸ਼ੇ ਜਿਹੜੇ ਉਹ ਸਾਡੀ ਕਿਸ ਤਰੀਕੇ ਦੇ ਨਾਲ ਮਦਦ ਕਰਦੇ ਨੇ ਉਸ ਬਾਰੇ ਅਸੀਂ ਡਿਟੇਲ ਦੇ ਵਿੱਚ ਪੜ੍ਹਾਂਗੇ। ਸੋ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਚੈਨਲ 'ਤੇ ਪਹਿਲੀ ਵਾਰ ਆਏ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰਨ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਆ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਅਸੀਂ ਇੱਕ ਜਿਹੜੀ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਜਿਸ ਦੇ ਵਿੱਚ 6th ਕਲਾਸ ਤੋਂ ਲੈ ਕੇ 12th ਤੱਕ ਦੇ ਜਿਹੜੇ ਪੰਜਾਬ ਬੋਰਡ ਅਤੇ NCERT ਦੀ ਜਿਹੜੀਆਂ ਬੁੱਕਸ ਨੇਗੀਆਂ ਉਹਨਾਂ ਦੇ ਚੈਪਟਰ ਜਿਹੜੇ ਉਹ ਅਸੀਂ ਸੋਸ਼ਲ ਸਟੱਡੀ ਦੇ ਡਿਸਕਸ ਕਰਾਂਗੇ ਤਾਂ ਜੋ ਤੁਸੀਂ ਕਿਸੇ ਵੀ ਕੰਪੀਟੀਸ਼ਨ ਐਗਜ਼ਾਮ ਦੇ ਲਈ ਬੇਸ ਤੋਂ ਤਿਆਰ ਹੋ ਸਕੋ, ਯਾਨੀ ਕਿ ਸਟਾਰਟਿੰਗ ਤੋਂ ਸਟਾਰਟ ਹੋ ਸਕੋ। ਠੀਕ ਹੈ, ਤੁਹਾਨੂੰ ਅੱਛੇ ਤਰੀਕੇ ਨਾਲ ਜਿਹੜਾ ਉਹਦੀ ਕਨਸੈਪਟ ਆ ਉਹ ਸਮਝ ਆ ਜਾਵੇ। ਸੋ ਇਸ ਲਈ ਅਸੀਂ ਇਹ ਸੀਰੀਜ਼ ਸ਼ੁਰੂ ਕੀਤੀ ਹੈ ਔਰ ਤੁਹਾਡੀ ਜਿਹੜੀ ਸਪੋਰਟ ਦੀ ਜ਼ਰੂਰਤ ਹੋਵੇਗੀ ਤਾਂ ਜੋ ਅਸੀਂ ਇਸ ਨੂੰ ਵੱਧ ਤੋਂ ਵੱਧ ਹੋਰ ਵਧੀਆ ਤਰੀਕੇ ਨਾਲ ਤੁਹਾਡੇ ਸਾਹਮਣੇ ਪੇਸ਼ ਕਰੀਏ। ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਹਾਊ ਮੈਪਸ ਅਸ ਹੈਲਪ ਅਸ ਬਾਰੇ ਪੜ੍ਹਾਂਗੇ, ਯਾਨੀ ਕਿ ਨਕਸ਼ੇ ਜਿਹੜੇ ਸਾਡੀ ਕਿਸ ਤਰੀਕੇ ਦੇ ਨਾਲ ਮਦਦ ਕਰਦੇ ਨੇ। ਜਿਓਗ੍ਰਾਫੀ ਦੇ ਲਈ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਜਿਓਗ੍ਰਾਫੀ ਦਾ ਮੇਨ ਪੁਆਇੰਟ ਅਸੀਂ ਕਹਿ ਸਕਦੇ ਹਾਂ ਨਕਸ਼ੇ ਹੈ, ਯਾਨੀ ਕਿ ਸਾਰੀ ਦੀ ਸਾਰੀ ਜਿਹੜੀ ਜਿਓਗ੍ਰਾਫੀ ਉਹ ਨਕਸ਼ਿਆਂ ਦੇ ਉੱਪਰ ਟਿਕੀ ਹੋਈ ਹੈ। ਸੋ ਇਸ ਲਈ ਜਿਓਗ੍ਰਾਫੀ ਵਾਲੇ ਸਟੂਡੈਂਟ ਜਿਹੜੇ ਇਸ ਨੂੰ ਚੰਗੇ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਨਾ ਅਤੇ ਹੋਰ ਵੀ ਜਿਹੜੇ ਐਗਜ਼ਾਮ ਦੇ ਲਈ ਇਹ ਹੈਲਪਫੁਲ ਨੇ ਉਹਨਾਂ ਨੂੰ ਵੀ ਧਿਆਨ ਦੇਣ ਦੀ ਜਿਹੜੀ ਲੋੜ ਹੋਵੇਗੀ ਇਸ ਚੈਪਟਰ ਦੇ ਉੱਪਰ। ਸੋ ਇੰਟਰੋਡਕਸ਼ਨ। ਜਿਓਗ੍ਰਾਫੀ ਇਜ਼ the science which deals with the earth, its surrounding and the people who lives on the earth. Map of a region is essential for the study of the particular region. Map guides us to understand a locality, a country or a continent. So ਭੂਗੋਲ ਜਿਹੜਾ ਉਹ ਵਿਗਿਆਨ ਹੈ, ਉਹ ਸਾਇੰਸ ਹੈਗਾ ਜੋ ਧਰਤੀ ਦੇ ਸਰਾਊਂਡਿੰਗ ਬਾਰੇ, ਪੀਪਲ ਬਾਰੇ, ਠੀਕ ਹੈ, ਸਾਨੂੰ ਜਾਣਕਾਰੀ ਦਿੰਦਾ ਹੈ ਕਿ ਕਿਹੜੀ ਲੋਕੇਸ਼ਨ ਕਿਸ ਥਾਂ ਦੇ ਉੱਪਰ ਸਥਿਤ ਹੈਗੀ ਹੈ, ਕਿ ਸਾਡੇ ਆਲੇ ਦੁਆਲੇ ਬਾਰੇ ਜਾਣਕਾਰੀ ਦਿੰਦਾ ਹੈ, ਕਿਹੜੇ ਲੋਕ ਕਿੱਥੇ ਰਹਿੰਦੇ ਨੇ ਉਸ ਬਾਰੇ ਜਿਹੜਾ ਸਾਨੂੰ ਜਾਣਕਾਰੀ ਦਿੰਦਾ ਹੈ ਧਰਤੀ ਦੇ ਉੱਪਰ। ਔਰ ਮੈਪ ਏ ਰੀਜਨ ਇਜ਼ ਇੰਸਟੈਂਸ਼ੀਅਲ ਫੋਰ ਦ ਸਟੱਡੀ ਆਫ ਦਾ ਪਾਰਟੀਕੂਲਰ ਰੀਜਨ। ਸੋ ਕਿਸੇ ਵੀ ਜੇਕਰ ਗੱਲ ਕਰੀਏ ਅਸੀਂ ਏਰੀਏ ਦੀ ਦਾ ਜਿਹੜੀ ਨੌਲੇਜ ਲੈਣੀ ਹੋਵੇ, ਜਾਣਕਾਰੀ ਲੈਣੀ ਹੋਵੇ ਤਾਂ ਉਸ ਨੂੰ ਪ੍ਰਾਪਤ ਕਰਨ ਦੇ ਲਈ ਸਾਡੇ ਕੋਲ ਸਭ ਤੋਂ ਇੰਪੋਰਟੈਂਟ ਜਿਹੜਾ ਜ਼ਰੂਰੀ ਤੱਤ ਹੈ ਉਹ ਹੈ ਮੈਪ। ਠੀਕ ਹੈ, ਮੈਪ ਦੇ ਥਰੂ ਅਸੀਂ ਕਿਸੇ ਵੀ ਏਰੀਆ ਨੂੰ, ਪਾਰਟੀਕੂਲਰ ਏਰੀਆ ਨੂੰ ਜਿਹੜਾ ਸਮਝ ਸਕਦੇ ਹਾਂ ਕਿ ਉਹ ਏਰੀਆ ਕਿੰਨੇ ਏਰੀਆ ਦੇ ਵਿੱਚ ਫੈਲਿਆ ਹੋਇਆ ਹੈ, ਕਿਹੜੀਆਂ ਕੰਟਰੀਜ਼ ਜਾਂ ਕਿਹੜੀਆਂ ਸਟੇਟਸ ਜਾਂ ਕਿਹੜੇ ਵਿਲੇਜ ਜਾਂ ਕਿਹੜੇ ਸਿਟੀਜ਼ ਉਸ ਦੇ ਨਾਲ ਲੱਗਦੀਆਂ ਨੇ। ਮੈਪਸ ਗਾਈਡ ਅਸ ਟੂ ਅੰਡਰਸਟੈਂਡ ਏ ਲੋਕੈਲਿਟੀ, ਕੰਟਰੀ ਔਰ ਕੰਟੀਨੈਂਟ। ਸੋ ਮੈਪ ਜਿਹੜੇ ਸਾਨੂੰ ਉਹ ਗਾਈਡ ਕਰਦੇ ਨੇ, ਕਿ ਜਾਣਕਾਰੀ ਦਿੰਦੇ ਨੇ ਕਿ ਕਿਹੜੀ ਲੋਕੈਲਿਟੀ, ਕਿਹੜਾ ਸਥਾਨ ਜਿਹੜਾ ਉਹ ਕਿਸ ਸਥਾਨ ਦੇ ਉੱਪਰ ਹੈ, ਕਿਹੜੀ ਕੰਟਰੀ ਕਿੱਥੇ ਹੈਗੀ ਆ ਔਰ ਕਿਹੜਾ ਕੰਟੀਨੈਂਟ ਹੈ ਜਿਹੜਾ ਉਹ ਕਿੱਥੇ ਹੈਗਾ। ਈਵਨ ਇਨ ਡੇ ਟੂ ਡੇ ਲਾਈਫ ਵੈਨ ਵੀ ਟਰਾਈ ਟੂ ਲੋਕੇਟ ਐਂਡ address a regularly roughly drawn sketch or plan will help us to find out the place more easily. Many big cities have guide maps display at important corner. They help the people to move in correct direction. In the same manner, the study of geography is made easier with the aid of map. ਤੁਸੀਂ ਦੇਖਦੇ ਹੋ ਕਿ ਤੁਹਾਡੀ ਜਿਹੜੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਤੁਹਾਨੂੰ ਕਿਸੇ ਵੀ ਜਗ੍ਹਾ ਦੀ ਜੇਕਰ ਲੋਕੇਸ਼ਨ ਚਾਹੀਦੀ ਹੈ ਜਾਂ ਤੁਸੀਂ ਕਿਸੇ ਵੀ ਬਾਰੇ ਕੁਛ ਪਤਾ ਜਾਂ ਲੱਭਣਾ ਚਾਹੁੰਦੇ ਹੈਗੇ ਆ ਤਾਂ ਉਸ ਦੇ ਲਈ ਕੀ ਹੈ, ਤੁਹਾਨੂੰ ਕੋਈ ਨਾ ਕੋਈ ਜਿਹੜਾ ਕੱਚਾ ਜਿਹੜਾ ਸਕੈਚ ਉਹ ਬਣਾਉਣਾ ਪਵੇਗਾ। ਠੀਕ ਹੈ, ਕਿਸੇ ਵੀ ਏਰੀਏ ਦਾ ਜਿਸ ਬਾਰੇ ਤੁਸੀਂ ਜਿਹੜਾ ਪਤਾ ਕਰਨਾ ਚਾਹੁੰਦੇ ਹੋ। ਜੇਕਰ ਤੁਸੀਂ ਜਿਓਗ੍ਰਾਫੀ ਦੇ ਸਟੂਡੈਂਟ ਹੋ, ਇਹ ਵੀ ਨੋਟ ਰੱਖਿਓ, ਜੇਕਰ ਜਿਓਗ੍ਰਾਫੀ ਦੇ ਸਟੂਡੈਂਟ ਹੋ ਤਾਂ ਤੁਹਾਨੂੰ ਜਿਹੜਾ ਸਕੈਚ ਉਹ ਬਣਾਉਣਾ ਪਵੇਗਾ ਜੇਕਰ ਤੁਸੀਂ ਜਿਓਗ੍ਰਾਫੀ ਦੀ ਸਟੱਡੀ ਕਰਨਾ ਚਾਹੁੰਦੇ ਹੋ। ਬਹੁਤ ਸਾਰੇ ਜਿਹੜੇ ਵੱਡੇ ਸ਼ਹਿਰ ਨੇ, ਲਾਈਕ ਕੋਈ ਵੀ ਹੈ, ਠੀਕ ਹੈ, ਵੱਡੀਆਂ ਸਿਟੀਆਂ ਬਠਿੰਡਾ, ਲੁਧਿਆਣਾ, ਅੰਮ੍ਰਿਤਸਰ, ਚੰਡੀਗੜ੍ਹ, ਠੀਕ ਆ, ਦਿੱਲੀ, ਇਸ ਤਰ੍ਹਾਂ ਦੀਆਂ ਕਿੰਨੀਆਂ ਹੀ ਜਿਹੜੀਆਂ ਵੱਡੀਆਂ ਸਿਟੀਆਂ ਨੇ ਜਿਨ੍ਹਾਂ ਦੇ ਵਿੱਚ ਕੀ ਹੈ ਕਿ ਗਾਈਡ ਮੈਪ ਆ ਜਿਹੜੇ ਉਹ ਡਿਸਪਲੇਡ ਕੀਤੇ ਹੁੰਦੇ ਨੇਗੇ। ਕਿਸੇ ਨਾ ਕਿਸੇ ਜਿਹੜੀ ਇੰਪੋਰਟੈਂਟ ਜਗ੍ਹਾ, ਬੱਸ ਸਟੈਂਡ ਹੋ ਗਿਆ, ਰੇਲਵੇ ਸਟੇਸ਼ਨ ਹੋ ਗਿਆ, ਉਸ ਸਥਾਨ ਦੇ ਉੱਪਰ ਉਹ ਲੱਗੇ ਹੁੰਦੇ ਨੇ ਤਾਂ ਜੋ ਕੋਈ ਵੀ ਜੇ ਅਣਜਾਣ ਵਿਅਕਤੀ ਉਸ ਸ਼ਹਿਰ ਦੇ ਵਿੱਚ ਐਂਟਰ ਹੁੰਦਾ ਹੈ ਤਾਂ ਉਹ ਉਸ ਮੈਪ ਦੇ ਥਰੂ ਕੀ ਹੈਗਾ ਉਸ ਲੋਕੇਸ਼ਨ ਤੱਕ ਪਹੁੰਚ ਸਕੇ ਜਿਸ ਸਥਾਨ ਦੇ ਉੱਪਰ ਉਸਨੇ ਜਾਣਾ ਹੈਗਾ।
ਉਹ ਕਰੈਕਟ ਡਾਇਰੈਕਸ਼ਨ ਦੇ ਵਿੱਚ ਪਹੁੰਚ ਜਾਂਦਾ ਹੈਗਾ। ਔਰ ਜੋਗਰਾਫੀ ਦੇ ਲਈ ਜੇਕਰ ਅਸੀਂ ਜੋਗਰਾਫੀ ਨੂੰ ਆਸਾਨ ਤਰੀਕੇ ਨਾਲ ਸਮਝਣਾ ਹੈ, ਉਸ ਦੇ ਵਿੱਚ ਸਹੀ ਦਿਸ਼ਾਵਾਂ ਦਾ ਪਤਾ ਕਰਨਾ ਹੈ, ਸਹੀ ਕੰਟਰੀ ਦਾ ਪਤਾ ਕਰਨਾ ਹੈ, ਸਹੀ ਲੋਕੇਸ਼ਨ ਦਾ ਪਤਾ ਕਰਨਾ ਹੈ, ਤਾਂ ਸਾਨੂੰ ਉੱਥੇ ਸਭ ਤੋਂ ਜਿਹੜੀ ਇੰਪੋਰਟੈਂਟ ਜਿਹੜਾ ਤੱਤ ਸਾਡੇ ਕੋਲ ਉਹ ਮੈਪ ਹੋਵੇਗਾ। ਮੈਪ ਦੇ ਥਰੂ ਅਸੀਂ ਸਾਰਾ ਕੁਝ ਸਮਝ ਸਕਾਂਗੇ। ਵੀ ਨੋ ਦੈਟ ਦ ਅਰਥ ਇਜ਼ ਸਫੀਅਰ ਇਨ ਸ਼ੇਪ। ਸੋ ਸਾਡੀ ਜਿਹੜੀ ਅਰਥ ਇੱਕ ਗੇਂਦ ਦੇ ਵਾਂਗ ਜਿਹੜੀ ਗੋਲ ਹੈਗੀ, ਠੀਕ ਹੈ। A true representation of the earth or model of the earth is called a globe. As you have already studied in the previous chapter, maps are used for study purpose in classroom lectures because these are convenient to handle. A map is a represent of the earth or a portion of it is drawn to a scale on flat surface. ਸੋ ਸਾਡੀ ਧਰਤੀ ਜਿਹੜੀ ਇੱਕ ਸਪੀਰਲ ਸ਼ੇਪ ਦੇ ਵਿੱਚ ਅਸੀਂ ਜਾਣਦੇ ਹਾਂ। ਸੋ ਧਰਤੀ ਦਾ ਇੱਕ ਜੇਕਰ ਹੂਬਹੂ ਅਸੀਂ ਮਾਡਲ ਦੀ ਗੱਲ ਕਰੀਏ ਤਾਂ ਤੁਸੀਂ ਤੁਹਾਡੇ ਸਕੂਲਾਂ ਦੇ ਵਿੱਚ ਕਲਾਸਿਸ ਦੇ ਵਿੱਚ ਦੇਖਦੇ ਹੋ ਕਿ ਗਲੋਬ ਜਿਹੜਾ ਉਹ ਇੱਕ ਧਰਤੀ ਦਾ ਬਿਲਕੁਲ ਉਸੇ ਤਰੀਕੇ ਨਾਲ ਕਾਪੀ ਕਰਕੇ ਬਣਾਇਆ ਹੋਇਆ ਇੱਕ ਮਾਡਲ ਹੈ, ਜਿਸ ਦੇ ਨਾਲ ਅਸੀਂ ਚੰਗੇ ਤਰੀਕੇ ਨਾਲ ਜਿਹੜੇ ਅਰਥ ਨੂੰ ਸਟੱਡੀ ਕਰ ਸਕਦੇ ਹੈਗੇ। ਨਕਸ਼ੇ ਦਾ ਜਿਹੜਾ ਅਧਿਐਨ ਕਰਨ ਦੇ ਲਈ ਅਤੇ ਪੜ੍ਹਾਉਣ ਦੇ ਲਈ ਸਾਨੂੰ ਜਿਹੜਾ ਇਹ ਬਹੁਤ ਹੀ ਮਹੱਤਵਪੂਰਨ ਸਾਡੇ ਟੀਚਰਾਂ ਦੇ ਲਈ, ਠੀਕ ਹੈ, ਔਰ ਸਮਝਾਉਣ ਦੇ ਲਈ ਔਰ ਬੱਚਿਆਂ ਨੂੰ ਸਮਝਣ ਦੇ ਲਈ ਜਿਹੜਾ ਹੈਲਪ ਕਰਦਾ ਹੈ। ਇਹਨਾਂ ਨਾਲ ਅਸੀਂ ਕੀ ਹੈਗਾ ਆਸਾਨੀ ਦੇ ਨਾਲ ਅਸੀਂ ਇੱਕ ਥਾਂ ਤੋਂ ਇਹਨੂੰ ਦੂਸਰੀ ਜਗ੍ਹਾ 'ਤੇ ਲਿਜਾ ਸਕਦੇ ਹਾਂ, ਆਸਾਨੀ ਦੇ ਨਾਲ ਇਹਨੂੰ ਯੂਜ਼ ਵੀ ਕਰ ਸਕਦੇ ਹੈਗੇ ਕਿ ਕਲਾਸ ਦੇ ਵਿੱਚ, ਕਿਸੇ ਵੀ ਕਾਨਫਰੰਸ ਦੇ ਵਿੱਚ ਜਾਂ ਕਿਤੇ ਵੀ ਅਸੀਂ ਇਸ ਨੂੰ ਜਿਹੜਾ ਆਸਾਨੀ ਦੇ ਨਾਲ ਯੂਜ਼ ਕਰਕੇ ਇੱਕ ਚੰਗੇ ਤਰੀਕੇ ਨਾਲ ਜਿਹੜਾ ਬੱਚਿਆਂ ਨੂੰ ਸਮਝਾ ਸਕਦੇ ਹਾਂ। ਇੱਕ ਨਕਸ਼ਾ ਜਿਹੜਾ ਉਹ ਪੂਰੀ ਧਰਤੀ ਦਾ ਜਾਂ ਕੁਝ ਭਾਗ ਦਾ ਹੋ ਸਕਦਾ ਹੈਗਾ, ਠੀਕ ਹੈ, ਯਾਨੀ ਕਿ ਇੱਕ ਏਰੀਏ ਦਾ ਵੀ ਹੋ ਸਕਦਾ, ਇੱਕ ਪੂਰੀ ਕੰਟਰੀ ਦਾ ਵੀ ਹੋ ਸਕਦਾ। ਗਲੋਬ ਪੂਰੀ ਕੰਟਰੀ ਦਾ ਹੀ ਆ ਜਾਂਦਾ ਵਿੱਚ, ਵਿਦ ਓਸ਼ਨ ਵੀ ਆ ਜਾਂਦੀ ਉਹਦੇ ਨਾਲ। ਔਰ ਮੈਪ ਦੇ ਵਿੱਚ ਵੀ ਕੁਛ ਨਾ ਕੁਛ ਏਰੀਆ ਹੁੰਦਾ ਹੈਗਾ, ਜਿਵੇਂ ਸਾਡਾ ਪੰਜਾਬ ਦਾ ਮੈਪ, ਕਿਸੇ ਡਿਸਟ੍ਰਿਕਟ ਦਾ ਮੈਪ ਹੋ ਗਿਆ, ਠੀਕ ਹੈ, ਇੰਡੀਆ ਦਾ ਮੈਪ ਹੋ ਗਿਆ, ਉਹ ਅਲੱਗ-ਅਲੱਗ ਜਿਹੜੀਆਂ ਹੁੰਦੇ ਨੇ। ਔਰ ਇਹ ਹਰ ਇੱਕ ਜਿਹੜਾ ਸਕੇਲ ਦੇ ਅਕੋਰਡਿੰਗ ਬਣਿਆ ਹੁੰਦਾ ਹੈ, ਸਕੇਲ ਤੋਂ ਬਿਨਾਂ ਬਿਲਕੁਲ ਵੀ ਇਹ ਨਹੀਂ ਹੁੰਦਾ, ਕਿਉਂਕਿ ਸਕੇਲ ਦੇ ਅਕੋਰਡਿੰਗ ਹੀ ਅਸੀਂ ਕਿਸੇ ਵੀ ਏਰੀਏ ਦੀ ਜਿਹੜੀ ਦੂਰੀ ਉਹ ਪਤਾ ਕਰ ਸਕਦੇ ਹਾਂ। ਸੋ ਮੇਜਰ ਡਾਇਰੈਕਸ਼ਨਸ ਬਾਰੇ ਬਹੁਤ ਸਾਰੇ ਜਿਹੜੇ ਸਟੂਡੈਂਟ ਹੁੰਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਕਿਹੜੀ ਡਾਇਰੈਕਸ਼ਨ ਕਿਸ ਸਾਈਡ ਹੁੰਦੀ ਹੈਗੀ ਹੈ। ਸੋ ਮੇਨ ਡਾਇਰੈਕਸ਼ਨਸ ਜਿਹੜੀਆਂ 4 ਨੇ ਹੈਗੀਆਂ। ਇਹ ਵਾਲਾ ਮੇਨ ਪੁਆਇੰਟ ਹੁੰਦਾ ਮੈਪ ਦੇ ਉੱਪਰ ਨਾਰਥ, ਔਰ ਇਸ ਦੇ ਜਿਹੜਾ ਨੀਚੇ ਵਾਲਾ ਪਾਰਟ ਹੁੰਦਾ ਉਹ ਸਾਊਥ ਹੁੰਦਾ ਹੈਗਾ, ਯਾਨੀ ਕਿ ਉੱਤਰ ਉੱਪਰਲੀ ਸਾਈਡ ਆ ਜਾਂਦਾ ਹੈ, ਔਰ ਜਿਹੜਾ ਸਾਊਥ ਵਾਲਾ ਦੱਖਣੀ ਪਾਰਟ ਜਿਹੜਾ ਸਾਡਾ ਉਹ ਨੀਚੇ ਵਾਲੀ ਪਾਰਟ ਆ ਜਾਂਦਾ। ਵੈਸਟ ਜਿਹੜੀ ਸਾਡਾ ਹੈਗਾ ਪੱਛਮ ਆ ਜਾਂਦਾ ਹੈਗਾ, ਔਰ ਈਸਟ ਜਿਹੜਾ ਸਾਡਾ ਉਹ ਪੂਰਬੀ ਭਾਗ ਆ ਜਾਂਦਾ ਹੈਗਾ। ਸੋ ਇਹ ਕੰਪਾਸ ਹੈਗੀ ਹੈ ਜਿਹੜੇ ਕਿ ਬਹੁਤ ਸਾਰੀਆਂ ਲੋਕੇਸ਼ਨ ਦੇ ਲਈ ਵਰਤੀ ਜਾਂਦੀ ਹੈਗੀ। ਔਰ ਜਿਹੜੇ ਵਾਟਰ ਦੇ ਵਿੱਚ ਜਿਹੜੇ ਜਹਾਜ਼ ਚੱਲਦੇ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਇਹਨਾਂ ਦਾ ਯੂਜ਼ ਕੀਤਾ ਜਾਂਦਾ, ਔਰ ਪੁਰਾਤਨ ਸਮੇਂ ਦੇ ਵਿੱਚ ਵੀ ਇਹਨਾਂ ਦਾ ਯੂਜ਼ ਕੀਤਾ ਜਾਂਦਾ ਸੀ, ਤਾਂ ਜੋ ਕਿ ਲੋਕੇਸ਼ਨ ਜਿਹੜਾ ਸਹੀ ਤਰੀਕੇ ਨਾਲ ਉਹ ਪਤਾ ਕਰ ਸਕਣ। ਕਿਉਂਕਿ ਜਿਹੜੀ ਕੰਪਾਸ ਹੁੰਦੀ ਹੈ ਉਹਦੇ ਵਿੱਚ ਨਾਰਥ ਅਤੇ ਸਾਊਥ ਦੇ ਵਿੱਚ ਹੀ ਜਿਹੜੀ ਸੂਈ ਹੈਗੀ ਉਹ ਰੁਕਦੀ ਹੈਗੀ। ਹਾਊ ਡੂ ਮੈਪਸ ਹੈਲਪ ਅਸ। ਸੋ ਜਿਹੜੇ ਨਕਸ਼ੇ ਨੇ ਉਹ ਸਾਡੀ ਕਿਵੇਂ ਮਦਦ ਕਰਦੇ ਨੇ, ਵੈਸੇ ਆਪਾਂ ਸਮਝ ਲੈਤਾ ਹੈ, ਬਟ ਫਿਰ ਵੀ ਹੋਰ ਇਸ ਡਿਟੇਲ ਦੇ ਵਿੱਚ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਇਸ ਨੂੰ। ਮੈਪਸ ਆਰ indispensable in our modern life. The position of the place are shown in the map in relation to latitude and longitude. ਜੇਕਰ ਅਸੀਂ ਅੱਜ ਗੱਲ ਕਰੀਏ ਅੱਜ ਦੇ ਸਮੇਂ ਦੇ ਵਿੱਚ ਜੀਵਨ ਲਈ ਜਿਹੜਾ ਸਾਡੇ ਨਕਸ਼ੇ ਆ ਉਹ ਆਧੁਨਿਕ ਜੀਵਨ ਦੇ ਲਈ, ਮਾਡਰਨ ਲਾਈਫ ਦੇ ਲਈ ਜਿਹੜੇ ਨਕਸ਼ੇ ਨੇਗੇ ਉਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇਗੇ ਮਾਡਰਨ ਲਾਈਫ ਦੇ ਵਿੱਚ। ਤੁਸੀਂ ਹਰ ਰੋਜ਼ ਮੋਬਾਈਲ ਦੇ ਉੱਪਰ ਕਿਤੇ ਵੀ ਜਾਣਾ ਹੋਵੇ ਤਾਂ ਤੁਸੀਂ ਲੋਕੇਸ਼ਨ ਲਾ ਦਿੰਦੇ, ਮੋਬਾਈਲ ਤੁਹਾਨੂੰ ਆਪਣੇ ਆਪ ਪਹੁੰਚਾ ਦਿੰਦਾ। ਉਹ ਕਿਸ ਦੀ ਹੈਲਪ ਹੈਗੀ ਹੈ? ਮੈਪ ਦੀ, ਠੀਕ ਹੈ। ਉਹ ਮਾਡਰਨ ਤਰੀਕੇ ਨਾਲ, ਯਾਨੀ ਕਿ ਅਸੀਂ ਮਾਡਰਨ ਜਿਹੜੇ ਇੰਸਟਰੂਮੈਂਟ ਨੇ ਉਹ ਉਹਨਾਂ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ। ਔਰ ਇਹ ਸਾਨੂੰ ਵੱਖ-ਵੱਖ ਜਿਹੜੇ ਨਕਸ਼ੇ ਦੇ ਉੱਪਰ ਲੈਟੀਟਿਊਡ ਹੁੰਦੀਆਂ ਨੇ, ਠੀਕ ਹੈ, ਔਰ ਲੌਂਗੀਟਿਊਡ ਹੁੰਦੇ ਨੇ, ਉਹਨਾਂ ਦੇ ਬਾਰੇ ਵੀ ਜਾਣਕਾਰੀ ਦਿੰਦੇ ਹੈਗੇ। ਲੈਟੀਟਿਊਡ ਅਤੇ ਲੌਂਗੀਟਿਊਡ ਜਿਹੜੀਆਂ ਬਹੁਤ ਹੀ ਇੰਪੋਰਟੈਂਟ ਨੇਗੇ ਜਿਓਗ੍ਰਾਫੀ ਦੇ ਵਿੱਚ। ਇਸ ਨੂੰ ਅਸੀਂ ਪਹਿਲਾਂ ਵਾਲੇ ਚੈਪਟਰ ਦੇ ਵਿੱਚ ਡਿਸਕਸ ਕੀਤਾ ਹੋਇਆ, ਤਾਂ ਉਸ ਵੀਡੀਓ ਨੂੰ ਦੇਖਣਾ ਨਾ ਭੁੱਲਿਓ। ਵਿਦ ਦ ਹੈਲਪ ਆਫ ਦਾ ਮੈਪਸ the distance of one place to another place, difference of time and location of a place can be easily located. ਸੋ ਜੇਕਰ ਅਸੀਂ ਮੈਪ ਦੀ ਹੈਲਪ ਨਾਲ ਲੱਗੀ ਤਾਂ ਉਸ ਦੇ ਨਾਲ ਅਸੀਂ ਕੀ ਡਿਸਟੈਂਸ ਪਤਾ ਕਰਦੇ ਹਾਂ ਇੱਕ ਪਲੇਸ ਤੋਂ ਦੂਸਰੇ ਪਲੇਸ ਦਾ। ਟਾਈਮ ਦਾ ਜਿਹੜਾ ਡਿਫਰੈਂਸ ਆ ਉਹ ਅਸੀਂ ਪਤਾ ਕਰਦੇ ਹਾਂ ਲੈਟੀਟਿਊਡ ਅਤੇ ਲੌਂਗੀਟਿਊਡ ਦੇ ਨਾਲ। ਲੋਕੇਸ਼ਨ ਦਾ ਅਸੀਂ ਪਤਾ ਕਰਦੇ ਹਾਂ ਕਿ ਕਿਹੜੀ ਸਥਾਨ ਦੇ ਉੱਪਰ ਕੋਈ ਸ਼ਹਿਰ ਜਾਂ ਸਿਟੀ ਜਾਂ ਵੈਲੀ ਜਿਹੜਾ ਜਾਂ ਕੰਟਰੀ ਉਹ ਸਥਿਤ ਹੈਗੀ। ਦਾ ਟ੍ਰੇਡ ਸੈਂਟਰ
रूट, ਸਲੋਪ ਆਫ ਲੈਂਡ, ਰਿਵਰ ਫਿਜ਼ੀਕਲ ਫੀਚਰਸ ਐਟਸੈਟਰਾ। ਇਹ ਸਾਰੇ ਦੇ ਸਾਰੇ ਕੀ ਹੈਗੇ ਕਿ ਕੈਨਾਲ 'ਚੋਂ ਵੀ ਈਜ਼ਲੀ ਲੋਕੇਟਡ। ਸੋ ਇਸ ਨੂੰ ਅਸੀਂ ਮੈਪ ਦੇ ਥਰੂ ਜਿਹੜਾ ਚੰਗੇ ਤਰੀਕੇ ਨਾਲ ਪਾ ਸਕਦੇ ਹਾਂ ਕਿ ਟ੍ਰੇਡ ਸੈਂਟਰ ਕਿਹੜਾ ਹੈਗਾ, ਰੂਟ ਸੈਂਟਰ ਕਿਹੜਾ ਹੈ, ਮੇਨ ਰੂਟ, ਠੀਕ ਹੈ, ਸਲੋਪ ਕਿੰਨੀ ਹੈ ਲੈਂਡ ਦੇ ਉੱਪਰ ਇਸ ਬਾਰੇ ਵੀ, ਔਰ ਰਿਵਰ ਜਿਹੜੀ ਕਿ ਫਿਜ਼ੀਕਲ ਫੀਚਰ ਹੈਗੀ ਆ ਉਸ ਨੂੰ ਵੀ ਅਸੀਂ ਸਮਝ ਸਕਦੇ ਹੈਗੇ ਹਾਂ। ਦ ਗੌਰਮੈਂਟ ਨੀਡਸ ਮੈਪ ਫੋਰ ਐਡਮਿਨਿਸਟ੍ਰੇਟਿਵ ਪਰਪਸ। ਸੋ ਜਿਹੜੀ ਗੌਰਮੈਂਟ ਹੈ ਉਸ ਨੂੰ ਵੀ ਕੀ ਹੈ ਮੈਪ ਬਹੁਤ ਹੈਲਪ ਕਰਦੇ ਨੇ, ਜਿਵੇਂ ਕਿ ਐਡਮਿਨਿਸਟ੍ਰੇਟਿਵ ਪਰਪਸ ਦੇ ਲਈ ਕਿ ਜਿਹੜੇ ਰਾਜ ਪ੍ਰਬੰਧ ਨੂੰ ਚਲਾਉਣ ਦੇ ਲਈ ਉਹਨਾਂ ਕੋਲ ਨਕਸ਼ਾ ਹੋਣਾ ਜ਼ਰੂਰੀ ਹੈ ਕਿ ਕਿਹੜੀ ਡਿਸਟ੍ਰਿਕਟ ਕਿੱਥੇ ਹੈ, ਕਿੰਨੇ ਏਰੀਏ ਵਿੱਚ ਫੈਲੀ ਹੋਈ ਹੈ, ਕਿੰਨੇ ਲੋਕ ਐਗਰੀਕਲਚਰ ਦੇ ਨਾਲ ਜੁੜੇ ਹੋਏ ਨੇ, ਉਹ ਸਾਰੀਆਂ ਚੀਜ਼ਾਂ ਨੂੰ ਕੀ ਆ ਉਹ ਉਸ ਦੇ ਨਾਲ ਕਰਦੀ ਹੈ। ਮੈਪਸ ਗਾਈਡ ਦਾ ਟਰੈਵਲਸ ਐਂਡ also used for many armies. They are the tools used for learning the different aspect of geography. ਸੋ ਮੈਪ ਜਿਹੜੇ ਨੇਗੇ ਉਹ ਟਰੈਵਲ ਦੇ ਲਈ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਨੇ। ਤੁਸੀਂ ਵੀ ਤੁਹਾਨੂੰ ਪਹਿਲਾਂ ਦੱਸ ਚੁੱਕੇ ਕਿ ਮੋਬਾਈਲ ਦੀ ਤੁਸੀਂ ਵਰਤੋਂ ਕਰਦੇ ਹੋ ਕਿਸੇ ਵੀ ਲੋਕੇਸ਼ਨ ਨੂੰ ਲੱਭਣ ਦੇ ਲਈ। ਪੁਰਾਣੇ ਸਮੇਂ ਦੇ ਵਿੱਚ ਅਲੱਗ ਮੈਪ ਹੁੰਦੇ ਸੀ, ਬਟ ਹੁਣ ਆਰਮੀ ਦੇ ਵਿੱਚ ਵੀ ਕੀ ਹੈਗਾ ਉਹਨਾਂ ਕੋਲ ਮੈਪ ਹੁੰਦੇ ਨੇ ਜਿਸ ਦੇ ਥਰੂ ਉਹਨਾਂ ਨੇ ਇੱਕ ਥਾਂ ਤੋਂ ਦੂਸਰੀ ਥਾਂ ਦੇ ਉੱਪਰ ਜਾਣਾ ਹੁੰਦਾ ਹੈ ਕਿਸੇ ਵੀ ਲੋਕੇਸ਼ਨ ਦੇ ਵਿੱਚ। ਔਰ ਜਿਓਗ੍ਰਾਫੀ ਨੂੰ ਚੰਗੇ ਤਰੀਕੇ ਦੇ ਨਾਲ ਲਰਨ ਦੇ ਲਈ, ਸਮਝਣ ਦੇ ਲਈ, ਸਟੱਡੀ ਕਰਨ ਦੇ ਲਈ ਜਿਹੜੀ ਮੈਪਸ ਨੇ ਉਹ ਬਹੁਤ ਹੀ ਇੰਪੋਰਟੈਂਟ ਰੋਲ ਅਦਾ ਕਰਦੇ ਨੇ। ਡਿਫਰੈਂਟ ਟਾਈਪਸ ਆਫ ਮੈਪਸ। ਸੋ ਮੈਪ ਜਿਹੜੇ ਨੇ ਉਹ ਇੱਕੋ ਪ੍ਰਕਾਰ ਦੇ ਨਹੀਂ ਹੁੰਦੇ, ਬਹੁਤ ਸਾਰੇ ਪ੍ਰਕਾਰ ਦੇ ਹੁੰਦੇ ਨੇਗੇ। Due to their varied uses, maps are of various kinds. Many types of maps are drawn according to the purpose of study. Physical maps, political maps, distributional maps, topographical maps, ਐਟਲਸ, ਥੀਮੈਟਿਕ ਮੈਪਸ ਜਿਹਨੂੰ ਅਸੀਂ ਕਹਿੰਦੇ ਹੈਗੇ। ਸੋ ਇਸ ਅਲੱਗ-ਅਲੱਗ ਲੋੜਾਂ ਦੇ ਅਨੁਸਾਰ ਕੀ ਹੈਗੇ ਨੇ ਮੈਪ ਹੁੰਦੇ ਨੇ ਕਿ ਜਿਨ੍ਹਾਂ ਦੇ ਨਾਲ ਕਿ ਅਸੀਂ ਜਿਸ ਵੀ ਤਰੀਕੇ ਦੀ ਸਟੱਡੀ ਕਰਨੀ ਹੈ, ਜਿਸ ਚੀਜ਼ ਨੂੰ ਵੀ ਅਸੀਂ ਸਮਝਣਾ ਹੈ, ਉਸ ਦੇ ਆਧਾਰ ਦੇ ਉੱਪਰ ਅਸੀਂ ਉਸ ਨੂੰ ਉਸ ਤਰੀਕੇ ਦੀ ਮੈਪ ਦੀ ਸਾਨੂੰ ਲੋੜ ਪੈਂਦੀ ਹੈ। ਸੋ ਫਸਟ ਆ ਜਾਂਦਾ ਹੈ ਫਿਜ਼ੀਕਲ ਮੈਪ, ਜਿਹਨੂੰ ਭੌਤਿਕ ਨਕਸ਼ਾ ਵੀ ਕਹਿ ਦਿੰਦੇ ਹੈਗੇ ਅਸੀਂ। ਦ ਲੀਫ ਫੀਚਰਸ ਆਫ ਕੰਟੀਨੈਂਟ ਔਰ ਕੰਟਰੀ, that is the mountain, plateau, plains, etc. are shown in the physical map. Different colors are used to show the relief features. Physical maps are also called relief map. So ਜਿਹੜੇ ਭੌਤਿਕ ਨਕਸ਼ੇ ਨੇ ਜਾਂ ਫਿਜ਼ੀਕਲ ਮੈਪਸ ਨੇਗੇ ਉਹ ਕੀ ਹੈ, ਜਿਹੜੇ ਰਿਲੀਫ ਫੀਚਰਸ ਨੇਗੇ, ਠੀਕ ਹੈ, ਜਾਣੀ ਕਿ ਜਿਹੜੇ ਭੌਤਿਕ ਲੱਛਣ ਨੇਗੇ, ਠੀਕ ਹੈ, ਧਰਾਤਲ ਦੇ ਉੱਪਰ ਉਹਨਾਂ ਨੂੰ ਕੀ ਸਮਝਣ ਦੇ ਲਈ ਅਸੀਂ ਫਿਜ਼ੀਕਲ ਮੈਪ ਦੀ ਵਰਤੋਂ ਕਰਦੇ ਹਾਂ। ਜਿਹੜੇ ਕਿ ਕੰਟੀਨੈਂਟ ਦੇ ਉੱਪਰ ਨੇ ਜਾਂ ਕਿਸੇ ਕੰਟਰੀ ਦੇ ਵਿੱਚ ਨੇਗੇ, ਅਰਲੀ ਫੀਚਰ ਧਰਾਤਲ ਜਿਹੜੇ ਹੁੰਦੇ ਆ, ਧਰਾਤਲ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਜਿਹੜੀ ਲੈਂਡਫਾਰਮ ਹੁੰਦੇ ਨੇਗੇ, ਜਿਵੇਂ ਕਿ ਮਾਊਂਟੇਨ ਪਹਾੜ ਹੋ ਗਏ, ਪਲੇਟੂ ਪਠਾਰ ਹੋ ਗਏ, ਪਲੇਨ ਮੈਦਾਨ ਹੋ ਗਏ, ਠੀਕ ਹੈ। ਇਹ ਸਾਰੇ ਕੀ ਹੈਗੇ ਨੇਗੇ ਰਿਲੀਫ ਫੀਚਰ ਨੇਗੇ ਜਿਹੜੇ ਕਿ ਫਿਜ਼ੀਕਲ ਮੈਪ ਦੇ ਉੱਪਰ ਅਸੀਂ ਦੇਖਦੇ ਹੈਗੇ। ਉਸ ਨੂੰ ਸਮਝਣ ਦੇ ਲਈ ਅਸੀਂ ਫਿਜ਼ੀਕਲ ਮੈਪ ਦਾ ਜਿਹੜਾ ਇਸਤੇਮਾਲ ਕਰਦੇ ਹਾਂ ਕਿ ਮਾਊਂਟੇਨ ਕਿੱਥੇ ਪੈਂਦਾ, ਪਲੇਟੂ ਕਿੱਥੇ ਹੈ, ਪਲੇਨ ਕਿੱਥੇ ਨੇ, ਇਸ ਨੂੰ ਸਮਝਣ ਦੇ ਲਈ। ਔਰ ਫਿਜ਼ੀਕਲ ਮੈਪ ਨੂੰ ਕੀ ਹੈ ਰਿਲੀਫ ਮੈਪ ਦੇ ਨਾਲ ਵੀ ਜਾਣਿਆ ਜਾਂਦਾ ਹੈ, ਕਿਉਂਕਿ ਇਹ ਕੀ ਹੈਗਾ ਰਿਲੀਫ ਫੀਚਰ ਨੂੰ ਹੀ ਸ਼ੋਅ ਕਰਦਾ ਹੈ। ਔਰ ਰਿਲੀਫ ਜਿਹੜੇ ਰਿਲੀਫ ਫੀਚਰਸ ਨੇ ਉਹ ਅਲੱਗ-ਅਲੱਗ ਕਲਰਸ ਦੇ ਨਾਲ ਸ਼ੋਅ ਕੀਤੇ ਜਾਂਦੇ ਆ, ਜਿਵੇਂ ਕਿ ਵਾਟਰ ਜਿਹੜਾ ਉਹ ਬਲੂ ਕਲਰ ਦੇ ਨਾਲ, ਮਾਊਂਟੇਨ ਜਿਹੜੇ ਉਹ ਬਰਾਊਨ ਕਲਰ ਦੇ ਨਾਲ, ਹਾਈਟ ਜਿਹੜੀ ਉਹ ਯੈਲੋ ਕਲਰ ਦੇ ਨਾਲ, ਔਰ ਪਲੇਨ ਏਰੀਏ ਨੇ ਜਿਹੜੇ ਉਹ ਗ੍ਰੀਨ ਕਲਰ ਦੇ ਨਾਲ ਸ਼ੋਅ ਕੀਤੀਆਂ ਨੇ ਜਿਹੜੇ ਐਗਰੀਕਲਚਰ ਵਗੈਰਾ ਹੁੰਦੇ ਹੈ। ਤੋਂ ਅਲੱਗ-ਅਲੱਗ ਹੁੰਦੇ ਨੇ। ਤੋਂ ਤੁਸੀਂ ਜਦੋਂ ਆਪਾਂ ਅਗਲੇ ਚੈਪਟਰਾਂ 'ਤੇ ਪਹੁੰਚਾਂਗੇ ਤੁਹਾਨੂੰ ਡਿਟੇਲ ਦੇ ਵਿੱਚ ਵੀ ਦੱਸਾਂਗੇ ਇਸ ਬਾਰੇ। ਨੈਕਸਟ ਆਉਂਦਾ ਹਿਸਟੋਰੀਕਲ ਮੈਪ ਆਰ also used to explain historical events such as war, spread of civilization and important voyages. ਸੋ ਜਿਹੜੇ ਇਤਿਹਾਸਕ ਮੈਪ ਹੁੰਦੇ ਨੇ ਉਹਨਾਂ ਦੇ ਵਿੱਚ ਕੀ ਹੈ ਇਤਿਹਾਸਕ ਘਟਨਾਵਾਂ ਦਾ ਵਰਣਨ ਕੀਤਾ ਜਾਂਦਾ ਹੈ, ਜਿਵੇਂ ਕਿ ਕਿਸੇ ਪ੍ਰਕਾਰ ਦੀਆਂ ਲੜਾਈਆਂ ਲੱਗੀਆਂ ਹੋਈਆਂ ਨੇ, ਠੀਕ ਹੈ, ਉਹਨਾਂ ਦਾ ਵਿਸਤਾਰ ਬਾਰੇ ਸਮਝਣ ਦੇ ਲਈ, ਔਰ ਕਿਸੇ ਸੱਭਿਅਤਾ ਦਾ ਜਿਹੜਾ ਵਿਸਤਾਰ ਆ ਕਿੰਨੇ ਏਰੀਏ ਦੇ ਵਿੱਚ ਹੋਇਆ ਹੈ, ਕਿਵੇਂ ਹੋਇਆ ਹੈ, ਉਸ ਬਾਰੇ ਸਮਝਣ ਦੇ ਲਈ ਸਾਨੂੰ ਹਿਸਟੋਰੀਕਲ ਮੈਪ ਜਿਹੜੀ ਮਦਦ ਕਰਦੇ ਨੇ। ਇੰਪੋਰਟੈਂਟ ਜਿਹੜੀਆਂ ਯਾਤਰਾਵਾਂ ਨੇਗੀਆਂ ਉਹਨਾਂ ਦੇ ਬਾਰੇ ਸਾਨੂੰ ਜਿਹੜੀ ਜਾਣਕਾਰੀ ਦਿੰਦੇ ਹੈ ਹਿਸਟੋਰੀਕਲ ਮੈਪਸ। ਨੈਕਸਟ ਆਉਂਦਾ ਡਿਸਟ੍ਰੀਬਿਊਸ਼ਨਲ ਮੈਪਸ। ਡਿਸਟ੍ਰੀਬਿਊਸ਼ਨਲ ਮੈਪ ਦਾ ਮਤਲਬ ਹੈ ਵੰਡ ਸੰਬੰਧੀ ਨਕਸ਼ੇ ਹੁੰਦੇ ਜਿਹੜੇ ਕਿ these maps show the destinations of various commodities like crops, populations, minerals, etc. They are also referred to commodity maps. ਸੋ ਇਸ ਨੂੰ commodity map ਦੇ ਨਾਲ ਵੀ ਆਖਿਆ ਜਾਂਦਾ ਜਾਂ ਬੁਲਾਇਆ ਜਾਂਦਾ ਵਸਤੂ ਨਕਸ਼ੇ ਦੇ ਰੂਪ ਦੇ ਵਿੱਚ। ਸੋ ਇਹ ਕੀ ਕਰਦਾ ਹੈ ਡਿਸਟ੍ਰੀਬਿਊਸ਼ਨ ਨੂੰ ਦਿਖਾਉਂਦਾ ਹੈ ਅਲੱਗ-ਅਲੱਗ ਸਥਾਨਾਂ ਦੇ ਉੱਪਰ, ਜਿਵੇਂ ਕਿ ਜਿਹੜੀਆਂ ਫਸਲਾਂ ਨੇ ਉਹ ਕਿਹੜੇ ਏਰੀਏ ਵਿੱਚ ਫੈਲੀਆਂ ਹੋਈਆਂ ਨੇਗੀਆਂ, ਕਿੰਨੇ ਏਰੀਏ ਵਿੱਚ ਫੈਲੀਆਂ ਹੋਈਆਂ ਨੇ, ਪਲੇਨ ਏਰੀਏ ਵਿੱਚ ਨੇ, ਮਾਊਂਟੇਨ ਏਰੀਏ ਵਿੱਚ ਨੇ ਜਾਂ ਪਲੇਟੂ ਦੇ ਵਿੱਚ ਨੇ, ਪਾਪੂਲੇਸ਼ਨ ਕਿੱਥੇ ਜ਼ਿਆਦਾ ਹੈਗੀ ਹੈਗੀ ਉਸ ਬਾਰੇ ਸਾਨੂੰ ਦੱਸਦਾ ਹੈ, ਮਿਨਰਲ ਕਿੱਥੇ ਪਾਏ ਜਾਂਦੇ ਹੈਗੇ ਨੇ ਉਸ ਬਾਰੇ ਸਾਨੂੰ ਡਿਸਟ੍ਰੀਬਿਊਸ਼ਨਲ ਮੈਪ ਯਾਨੀ ਕਿ ਵੰਡ ਸੰਬੰਧੀ ਜਿਹੜਾ ਮੈਪ ਹੁੰਦਾ ਉਹ ਦੱਸਦਾ ਹੈ। ਨੈਕਸਟ ਹੁੰਦਾ ਹੈ ਟੋਪੋਗ੍ਰਾਫੀਕਲ ਮੈਪ।
Such maps show natural features as well as man-made features like roads, railways, and etc. They are prepared by the survey department of each country. They are helpful for town planning, for the army, and a various study purpose. So ਜਿਹੜੇ ਟੋਪੋਗ੍ਰਾਫੀਕਲ ਜਿਹੜੇ ਮੈਪ ਹੁੰਦੇ ਨੇ ਉਹਨਾਂ ਨੂੰ ਸਥਲ ਆਕ੍ਰਿਤੀ ਨਕਸ਼ੇ ਕਹਿੰਦੇ ਨੇ। ਸੋ ਇਹਨਾਂ ਦੇ ਵਿੱਚ ਕੀ ਹੁੰਦਾ ਹੈਗਾ ਗਾ ਕਿ ਇਹਨਾਂ ਨਕਸ਼ਿਆਂ ਦੇ ਵਿੱਚ ਕੁਦਰਤੀ ਹੋਏ ਚਾਹੇ ਉਹ, ਠੀਕ ਹੈ, ਅਤੇ ਚਾਹੇ ਉਹ ਮੈਨਮੇਡ ਫੀਚਰਸ ਹੋਣ, ਉਹ ਜਿਹੜੇ ਬਣੇ ਹੁੰਦੇ ਨੇ ਉਹਨਾਂ ਨੂੰ ਦਿਖਾਉਣ ਦੇ ਲਈ ਅਸੀਂ ਟੋਪੋਗ੍ਰਾਫੀਕਲ ਜਿਹੜੇ ਮੈਪ ਨੇ ਉਹਨਾਂ ਦਾ ਇਸਤੇਮਾਲ ਕਰਦੇ ਹੈਗੇ ਆਂਗੇ। ਜਿਵੇਂ ਕਿ ਰੋਡ ਹੋ ਗਏ, ਰੇਲਵੇ ਲਾਈਨਾਂ ਹੋ ਗਈਆਂ, ਇਹਨਾਂ ਨੂੰ ਸ਼ੋਅ ਕਰਨ ਦੇ ਲਈ ਅਸੀਂ ਟੋਪੋਗ੍ਰਾਫੀਕਲ ਮੈਪ ਜਿਹੜੇ ਉਹਨਾਂ ਦਾ ਇਸਤੇਮਾਲ ਕਰਾਂਗੇ। ਹਰ ਇੱਕ ਕੰਟਰੀ ਦੇ ਵਿੱਚ ਇੱਕ ਡਿਪਾਰਟਮੈਂਟ ਹੁੰਦਾ ਹੈ ਜਿਸ ਨੂੰ ਸਰਵੇ ਡਿਪਾਰਟਮੈਂਟ ਕਹਿੰਦੇ ਹੈ, ਯਾਨੀ ਕਿ ਉਹ ਇਸ ਸਾਰੇ ਮੈਪ ਨੂੰ ਤਿਆਰ ਕਰਦਾ ਹੈ, ਠੀਕ ਹੈ। ਔਰ ਇਹ ਟਾਊਨ ਪਲੈਨਿੰਗ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੁੰਦਾ ਹੈਗਾ ਗਾ। ਕਿਸੇ ਵੀ ਸ਼ਹਿਰ ਦਾ ਨਿਰਮਾਣ ਕਰਨਾ ਹੈ, ਉਸ ਦੀ ਯੋਜਨਾ ਬਣਾਉਣੀ ਹੈ ਤਾਂ ਉਸ ਨੂੰ ਕੀ ਹੈਗਾ ਇਹ ਟੋਪੋਗ੍ਰਾਫੀਕਲ ਮੈਪ ਹੀ ਹੈਲਪ ਕਰਦਾ ਹੈ। ਆਰਮੀ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ ਹੈ ਔਰ ਸਟੱਡੀ ਦੇ ਜਿਹੜੇ ਬਹੁਤ ਸਾਰੇ ਉਦੇਸ਼ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਵੀ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਨੈਕਸਟ ਆਉਂਦਾ ਐਟਲਸ। ਐਟਲਸ ਜਿਹੜਾ ਉਹ ਕੀ ਹੁੰਦਾ ਹੈਗਾ ਗਾ ਜਿਹਨੂੰ ਥੀਮੈਟਿਕ ਮੈਪ ਕਹਿੰਦੇ ਨੇ ਹੈਗੀਆਂ। These are the small scales which give the details in a book form. They are easy to carry and are useful for students. So ਸਾਰਿਆਂ ਨੇ ਹੀ ਤਕਰੀਬਨ ਜਿਹੜੇ ਐਟਲਸ ਦੇਖੇ ਹੋਣਗੇ, ਕਿਸੇ ਨਾ ਕਿਸੇ ਕਲਾਸ ਦੇ ਵਿੱਚ ਜ਼ਰੂਰ ਸਟੱਡੀ ਕੀਤਾ ਹੋਵੇਗਾ, ਐਟਲਸ ਮੰਗਵਾਇਆ ਹੋਵੇਗਾ ਕਿਸੇ ਟੀਚਰ ਨੇ, ਤਾਂ ਤੁਸੀਂ ਉੱਥੇ ਦੇਖਿਆ ਹੋਵੇਗਾ ਕਿ ਉਹਦੇ ਉੱਪਰ ਹਰ ਇੱਕ ਚੀਜ਼ ਪੂਰੇ ਵਰਲਡ ਦਾ ਵੀ ਹੁੰਦਾ ਹੈ ਮੈਪ, ਇੰਡੀਆ ਦਾ ਵੀ ਹੁੰਦਾ ਹੈ, ਪੰਜਾਬ ਦਾ ਵੀ ਹੁੰਦਾ ਹੈ, ਹਰ ਇੱਕ ਲੋਕੇਸ਼ਨ ਉਸ ਦੇ ਉੱਪਰ ਸ਼ੋਅ ਕੀਤਾ ਹੁੰਦਾ। ਬਟ ਇਹ ਕੀ ਹੈ, ਇੱਕ ਬੁੱਕ ਦੇ ਰੂਪ ਦੇ ਵਿੱਚ ਹੁੰਦਾ ਹੈ ਅਤੇ ਪੂਰੀ ਡਿਟੇਲ ਹੁੰਦੀ ਹੈ ਵਿਦ ਸਕੇਲ ਦੇ, ਠੀਕ ਹੈ, ਸਮੈਲ ਸਕੇਲ ਦੇ ਵਿੱਚ ਬਣਿਆ ਹੁੰਦਾ ਹੈਗਾ। ਇਹਨੂੰ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਲਿਆਉਣ ਜਿਹੜਾ ਸੌਖਾ ਵੀ ਹੁੰਦਾ ਹੈ ਅਤੇ ਸਟੂਡੈਂਟ ਦੇ ਵਰਤੋਂ ਲਈ ਬਹੁਤ ਹੀ ਜ਼ਿਆਦਾ ਯੂਜ਼ਫੁਲ ਹੁੰਦਾ ਹੈ। ਨੈਕਸਟ ਆਉਂਦਾ ਹੈ ਇੰਸਟੈਂਸ਼ੀਅਲ ਕੰਪੋਨੈਂਟਸ ਆਫ ਮੈਪ। ਸੋ ਮੈਪ ਦੇ ਉੱਪਰ ਬਹੁਤ ਸਾਰੇ ਜਿਹੜੇ ਕੰਪੋਨੈਂਟ ਹੁੰਦੇ ਨੇ ਜਿਹੜੇ ਕਿ ਮੈਪ ਨੂੰ ਕੰਪਲੀਟ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇਗੇ, ਠੀਕ ਹੈ। ਸੋ ਉਸ ਬਾਰੇ distance, directions, conventional symbols are the three most essential component or the pillar of the maps। ਸੋ ਇਹ ਬਹੁਤ ਹੀ ਇੰਪੋਰਟੈਂਟ ਜਿਹੜੇ ਤੱਤ ਨੇ ਜਿਨ੍ਹਾਂ ਤੋਂ ਬਿਨਾਂ ਕੋਈ ਵੀ ਮੈਪ ਜਿਹੜਾ ਉਹ ਕੰਪਲੀਟ ਨਹੀਂ ਹੋ ਸਕਦਾ, ਉਸ ਨੂੰ ਸਮਝਿਆ ਨਹੀਂ ਜਾ ਸਕਦਾ ਹੈਗਾ, ਉਹਦੀ ਜਿਹੜੀ ਸਟੱਡੀ ਉਹ ਨਹੀਂ ਕੀਤੀ ਜਾ ਸਕਦੀ। ਕਿਹੜੇ ਨੇ? ਫਸਟ ਆਉਂਦਾ ਡਿਸਟੈਂਸ। The distance is shown on the map with the help of scale। ਸੋ ਡਿਸਟੈਂਸ ਮਤਲਬ ਦੂਰੀ ਜਿਹੜੀ ਹੈਗੀ ਆ ਉਹ ਨਕਸ਼ੇ ਦੇ ਲਈ ਬਹੁਤ ਹੀ ਇੰਪੋਰਟੈਂਟ ਤੱਤ ਹੈਗਾ ਗਾ। ਡਿਸਟੈਂਸ ਕੀ ਹੁੰਦਾ ਹੈਗਾ ਕਿ ਜਿਹੜਾ ਮੈਪ ਦੇ ਉੱਪਰ ਦਿਖਾਇਆ ਜਾਂਦਾ ਹੈ ਉਹ ਸਕੇਲ ਦੀ ਹੈਲਪ ਦੇ ਨਾਲ ਦਿਖਾਇਆ ਜਾਂਦਾ ਹੈਗਾ ਗਾ। ਸੋ ਸਕੇਲ ਕੀ ਹੁੰਦਾ ਹੈ, ਉਹ ਵੀ ਇੱਕ ਇੰਪੋਰਟੈਂਟ ਐਸਪੈਕਟ ਹੈਗਾ ਗਾ ਮੈਪ ਦੇ ਲਈ, ਠੀਕ ਹੈ। ਵੀ mean a measured line on a map which help us to find correct distances between various points on the map। In scale there is always a proportion between the dimensions of the map and the actual place they represent on the earth। so ਜਿਹੜਾ ਸਕੇਲ ਹੈ ਉਹ ਇੱਕ ਮੈਪ ਦੇ ਲਈ ਬਹੁਤ ਹੀ ਇੰਪੋਰਟੈਂਟ ਰੋਲ ਅਦਾ ਕਰਦਾ ਹੈ। ਉਸ ਤੋਂ ਬਿਨਾਂ ਮੈਪ ਬਿਲਕੁਲ ਵੀ ਕੰਪਲੀਟ ਨਹੀਂ ਹੋ ਸਕਦਾ ਹੈਗਾ। ਸਕੇਲ ਦੇ ਨਾਲ ਕੀ ਹੁੰਦਾ ਹੈਗਾ ਕਿ ਇੱਕ ਪੁਆਇੰਟ ਤੋਂ ਦੂਸਰੇ ਪੁਆਇੰਟ ਦੀ ਜਿਹੜੀ ਡਿਸਟੈਂਸ ਹੈਗਾ ਗਾ ਉਸ ਨੂੰ ਸਮਝਣ ਦੇ ਵਿੱਚ ਜਿਹੜੀ ਹੈਲਪ ਮਿਲਦੀ ਹੈਗੀ ਕਿ ਇੱਕ ਸਥਾਨ ਜਿਹੜਾ ਉਹ ਦੂਸਰੇ ਸਥਾਨ ਤੋਂ ਕਿੰਨਾ ਦੂਰ ਹੈਗਾ ਗਾ, ਇਸ ਨੂੰ ਸਮਝਣ ਦੇ ਲਈ ਪੈਮਾਨੇ ਦੀ ਲੋੜ ਪੈਂਦੀ ਹੈ। ਐਗਜ਼ਾਮਪਲ ਦੇ ਲਈ ਸਕੇਲ ਕੀ ਹੁੰਦਾ ਹੈਗਾ ਗਾ ਕਿ 1 ਸੈਂਟੀਮੀਟਰ ਹੈ ਜਿਹੜਾ ਉਹ 100 ਮੀਟਰਸ ਨੂੰ ਜਿਹੜਾ ਸ਼ੋਅ ਕਰਦਾ ਹੈ। ਤੁਸੀਂ ਇਸ ਨੂੰ ਅਲੱਗ-ਅਲੱਗ ਵੰਡ ਸਕਦੇ ਹੈਗੇ ਹੋਗੇ। ਜਦੋਂ ਤੁਹਾਡੇ ਕੋਲ ਕੋਈ ਮੈਪ ਹੈ ਤਾਂ ਉਸ ਦੇ ਨੀਚੇ ਕਿਸੇ ਵੀ ਸਾਈਡ ਦੇ ਉੱਪਰ, ਠੀਕ ਹੈ, ਨੀਚੇ ਵਾਲੀ ਸਾਈਡ ਚਾਹੇ ਉਹ ਸੱਜੇ ਹੋਵੇ ਚਾਹੇ ਖੱਬੇ ਹੋਵੇ, ਦੋਨੋਂ ਸਾਈਡ ਦੇ ਉੱਪਰ ਇੱਕ ਇਸ ਤਰ੍ਹਾਂ ਦਾ ਜਿਹੜਾ ਸਕੇਲ ਆ ਉਹ ਬਣਿਆ ਹੁੰਦਾ ਹੈਗਾ, ਠੀਕ ਹੈ। ਉਹਦੇ ਵਿੱਚ ਦੱਸਿਆ ਹੁੰਦਾ ਹੈ ਕਿ ਕਿੰਨੇ ਸੈਂਟੀਮੀਟਰ ਜਾਂ ਮੀਟਰਸ ਉਹ ਕਿੰਨੇ ਕਿਲੋਮੀਟਰ ਨੂੰ ਸ਼ੋਅ ਕਰਦੇ ਨੇ, ਉਸ ਬਾਰੇ ਤੁਸੀਂ ਜਾਣ ਸਕਦੇ ਹੋ ਸਕੇਲ ਦੇ ਥਰੂ। ਸੋ ਇੱਥੇ ਐਗਜ਼ਾਮਪਲ ਦਿੱਤੀ ਹੋਈ ਹੈ ਕਿ ਜਿਹੜਾ 1 ਸੈਂਟੀਮੀਟਰ ਆ ਉਹ 100 ਮੀਟਰ ਨੂੰ ਸ਼ੋਅ ਕਰ ਰਿਹਾ ਹੈ। ਅਸੀਂ ਵੀ ਕਹਿ ਸਕਦੇ ਹੈਗੇ ਹਾਂ ਕਿ ਐਗਜ਼ਾਮਪਲ ਦੇ ਤੌਰ 'ਤੇ ਕਿ 1 ਸੈਂਟੀਮੀਟਰ ਜਿਹੜਾ ਉਹ 100 ਕਿਲੋਮੀਟਰ ਨੂੰ ਸ਼ੋਅ ਕਰ ਰਿਹਾ ਹੈਗਾ ਗਾ, ਠੀਕ ਹੈ। ਔਰ ਜਦੋਂ 2 ਸੈਂਟੀਮੀਟਰ ਹੋ ਜਾਵੇਗਾ ਤਾਂ ਉਹ 200 ਕਿਲੋਮੀਟਰ ਨੂੰ ਸ਼ੋਅ ਕਰ ਜਾਵੇਗਾ। ਤੁਸੀਂ ਨਕਸ਼ੇ 'ਤੇ ਆਪਣੀ ਖੋਜ ਕਰਨੀ ਹੈ ਕਿ ਤੁਹਾਡੇ ਘਰ ਦੇ ਵਿੱਚ ਜੋ ਵੀ ਨਕਸ਼ਾ ਹੈ ਉਸ ਦੇ ਉੱਪਰ ਕਿੰਨੇ ਕਿਲੋਮੀਟਰ ਜਿਹੜਾ ਉਹ 1 ਸੈਂਟੀਮੀਟਰ ਦੇ ਵਿੱਚ ਸ਼ੋਅ ਕਰਦਾ ਹੈ। ਵਿਚ ਮੀਨਸ 1 ਸੈਂਟੀਮੀਟਰਸ ਔਨ ਦਾ ਮੈਪ ਇਜ਼ ਇਕੁਅਲ ਟੂ 100 ਮੀਟਰਸ ਔਨ ਦਾ ਗਰਾਊਂਡ। ਮੈਪਸ ਕੈਨ ਬੀ drawn
to any scale, example for millimeters or centimeter to represent a kilometer or 1000 kilometers or even more। ਸੋ ਇਹ ਸਾਡੇ ਇੱਛਾ ਹੈ ਕਿ ਅਸੀਂ ਕਿੰਨੇ ਕਿਲੋਮੀਟਰ ਦਿਖਾਉਣਾ ਹੈ, ਕਿੰਨਾ ਏਰੀਆ ਹੈ, ਉਸ ਦੇ ਅਕੋਰਡਿੰਗ ਸਾਨੂੰ ਜਿਹੜਾ ਕਿਲੋਮੀਟਰ ਜਿਹੜਾ ਚੁਣਨਾ ਪਵੇਗਾ, ਸੈਂਟੀਮੀਟਰ ਜਿਹੜਾ ਚੁਣਨਾ ਪਵੇਗਾ। ਨੈਕਸਟ ਆ ਜਾਂਦਾ ਹੈ ਡਾਇਰੈਕਸ਼ਨ। ਡਾਇਰੈਕਸ਼ਨ ਵੀ ਇੱਕ ਇੰਪੋਰਟੈਂਟ ਐਸਪੈਕਟ ਹੈਗਾ ਗਾ ਨਕਸ਼ੇ ਦੇ ਲਈ, ਠੀਕ ਹੈ। Like distance, directions also play an important role in maps, just as directions are shown on the maps with the help of the arrow। so arrow ਦੀ ਹੈਲਪ ਦੇ ਨਾਲ ਜਿਹੜਾ ਮੈਪ ਦੇ ਉੱਪਰ ਡਾਇਰੈਕਸ਼ਨ ਜਿਹੜੀਆਂ ਸ਼ੋ ਕੀਤੀਆਂ ਜਾਂਦੀਆਂ ਨੇ। ਹਰ ਇੱਕ ਮੈਪ ਦੇ ਇਸ ਸਾਈਡ ਦੇ ਵਿੱਚ ਯਾਨੀ ਕਿ ਸੱਜੇ ਹੱਥ ਤੁਹਾਨੂੰ ਰਾਈਟ ਹੈਂਡ ਜਿਹੜਾ ਇੱਕ ਇਸ ਤਰ੍ਹਾਂ ਦਾ ਐਰੋ ਮਿਲੇਗਾ ਜਿਹਦੇ ਵਿੱਚ ਐਨ ਲਿਖਿਆ ਹੁੰਦਾ ਹੈ, ਨਾਰਥ ਲਿਖਿਆ ਹੁੰਦਾ ਹੈ। ਜਿਹੜੇ ਡਿਜੀਟਲ ਮੈਪ ਨੇ ਕਿ ਉਹਨਾਂ ਦੇ ਉੱਪਰ ਪੂਰੀ ਦੀ ਪੂਰੀ ਡਾਇਰੈਕਸ਼ਨ ਇਸੇ ਤਰੀਕੇ ਦੀ ਬਣਾਈ ਹੁੰਦੀ ਹੈ, ਬਟ ਜਿਹੜੇ ਤੁਸੀਂ ਖੁਦ ਬਣਾਓਗੇ ਉਹਦੇ ਉੱਪਰ ਇਸ ਤਰ੍ਹਾਂ ਦਾ ਐਰੋ ਲਾ ਕੇ ਅਸੀਂ ਨਾਰਥ ਪੁਆਇੰਟ ਜਿਹੜਾ ਸ਼ੋ ਕਰਦੇ ਹੈਗੇ ਹਾਂ, ਠੀਕ ਹੈ। ਤਾਂ ਡਾਇਰੈਕਸ਼ਨ ਮੈਂ ਪਹਿਲਾਂ 4 ਜਿਹੜੀਆਂ ਦੱਸ ਚੁੱਕਿਆ ਹੈ, ਨਾਰਥ ਹੋ ਗਈ, ਸਾਊਥ ਹੋ ਗਈ, ਈਸਟ ਹੋ ਗਈ, ਵੈਸਟ ਹੋ ਗਈ, ਔਰ ਕੁਛ ਹੋਰ ਦਿਸ਼ਾਵਾਂ ਵੀ ਹੁੰਦੀਆਂ ਨੇ ਜਿਵੇਂ ਕਿ ਦੋਨਾਂ ਏਰੀਆ ਦੀ ਜਿਹੜੀ ਵਿਚਕਾਰ ਵਾਲੀ ਲਾਈਨ ਆ ਉਸ ਨੂੰ ਨਾਰਥ ਈਸਟ ਕਿਹਾ ਵੈਸਟ ਕਿਹਾ ਜਾਂਦਾ ਹੈ। ਇਸ ਲਾਈਨ ਨੂੰ ਨਾਰਥ ਈਸਟ ਕਿਹਾ ਜਾਂਦਾ ਹੈ ਔਰ ਇਸ ਨੂੰ ਸਾਊਥ ਵੈਸਟ ਕਿਹਾ ਜਾਂਦਾ ਹੈ ਔਰ ਇਸ ਨੂੰ ਸਾਊਥ ਈਸਟ ਕਿਹਾ ਜਾਂਦਾ ਹੈ। ਇਹ ਦਿਸ਼ਾਵਾਂ ਨੂੰ ਸ਼ੋ ਕਰਦੀ ਹੈ ਕਿ ਕਿਹੜੀ ਸਟੇਟ ਜਾਂ ਡਿਸਟ੍ਰਿਕਟ ਹੈ ਕਿਹੜੀ ਦਿਸ਼ਾ ਦੇ ਵਿੱਚ ਸਥਿਤ ਹੈ। ਨੈਕਸਟ ਆ ਜਾਂਦਾ ਹੈ ਕਨਵੈਨਸ਼ਨਲ ਸਿੰਬਲਸ। ਪ੍ਰਮਾਣਿਕ ਚਿੰਨ੍ਹ ਹੁੰਦੇ ਨੇ ਕਿ ਜਾਣੀ ਕਿ ਕੁਛ ਚਿੰਨ੍ਹ ਰੱਖੇ ਜਾਂਦੇ ਆ ਨਕਸ਼ੇ ਦੇ ਵਿੱਚ ਜਿਹਦੇ ਨਾਲ ਕੀ ਹੈਗਾ ਗਾ ਅਸੀਂ ਮੈਪ ਨੂੰ ਬਿਲਕੁਲ ਕਰੈਕਟ ਤਰੀਕੇ ਦੇ ਨਾਲ ਸਮਝ ਸਕਦੇ ਹਾਂ ਕਿ ਮੈਪ ਦੇ ਉੱਪਰ ਕਿਹੜੀ ਚੀਜ਼ ਕਿਸ ਲਈ ਦਿਖਾਈ ਗਈ ਆ, ਕਿਹੜਾ ਕਲਰ, ਕਿਹੜੀ ਲਾਈਨ, ਕਿਹੜਾ ਪੁਆਇੰਟ ਆ, ਉਹ ਕਿਸ ਚੀਜ਼ ਨੂੰ ਸ਼ੋ ਕਰ ਰਿਹਾ ਹੈਗਾ। To read a map, the knowledge of the signs and symbols is very important. These signs which show details on maps are called conventional maps। ਸੋ ਜਿਹੜੇ ਅਸੀਂ ਜਦੋਂ ਮੈਪ ਨੂੰ ਸਟੱਡੀ ਕਰਦੇ ਹੈਗੇ ਆ ਪੜ੍ਹਨ ਦੇ ਲਈ ਸਾਨੂੰ, ਠੀਕ ਆ, ਕੁਛ ਨਾ ਕੁਛ ਜਿਹੜੇ ਚਿੰਨ੍ਹ ਉਹਦੇ ਉੱਪਰ ਮਿਲਦੇ ਨੇਗੇ ਜਿਨ੍ਹਾਂ ਦੀ ਮਦਦ ਦੇ ਨਾਲ ਅਸੀਂ ਮੈਪ ਨੂੰ ਚੰਗੇ ਤਰੀਕੇ ਨਾਲ ਸਮਝ ਸਕਦੇ ਹੈਗੇ ਆ। ਉਹਨਾਂ ਚਿੰਨ੍ਹਾਂ ਨੂੰ ਕੀ ਕਿਹਾ ਜਾਂਦਾ ਹੈਗਾ ਗਾ ਕਨਵੈਨਸ਼ਨਲ ਸਾਇੰਸ, ਜਿਹੜੇ ਕਿ ਮੈਪ ਦੇ ਉੱਪਰ ਬਣੇ ਹੁੰਦੇ ਹੈਗੇ ਨੇਗੇ। ਦੀਜ਼ ਆਰ ਪਿਕਚਰਲ ਰਿਪਰੈਜ਼ੈਂਟੇਟਿਵਸ ਯੂਜ਼ਡ ਟੂ ਸ਼ੋ ਨੈਚੁਰਲ ਐਂਡ ਮੈਨ ਮੇਡ ਫੀਚਰ। ਸੋ ਇਹ ਕੀ ਕਰਦੇ ਨੇਗੇ, ਇਹ ਪਿਕਚਰਸ ਜਿਹੜੀਆਂ ਹੁੰਦੀਆਂ ਨੇਗੇ ਚਾਹੇ ਉਹ ਨੈਚੁਰਲ ਹੋਣ ਅਤੇ ਚਾਹੇ ਮੈਨ ਮੇਡ ਹੋਣ, ਇਹਨਾਂ ਸਾਰੇ ਫੀਚਰਸ ਨੂੰ ਸ਼ੋ ਕਰਦੇ ਹੈਗੇ। ਦੇ ਆਰ ਪ੍ਰੀਪੇਅਰਡ ਬਾਈ ਸਰਵੇ ਡਿਪਾਰਟਮੈਂਟ ਆਫ ਈਚ ਕੰਟਰੀ ਐਂਡ ਆਰ ਸ਼ੋਨ ਟੋਪੋਗ੍ਰਾਫੀਕਲ ਮੈਪਸ। ਦੇ ਆਰ ਆਲਸੋ ਹੈਵ ਟੂ ਮੇਕਿੰਗ ਦਾ drawing and study of a map which quicker and easier। There is some sort of agreement all over the world regarding the use of certain symbols। so ਇਹ ਜਿਸ ਤਰ੍ਹਾਂ ਦੇ ਵੀ ਅਸੀਂ ਡਾਇਗਰਾਮਸ ਬਣਾਉਣੇ ਹੈਗੇ ਪਿਕਚਰਸ, ਠੀਕ ਹੈ ਨਾ, ਇਹ ਸਾਰੀਆਂ ਕਿਸ ਦੁਆਰਾ ਬਣਦੀਆਂ ਨੇਗੀਆਂ, ਸਰਵੇ ਜਿਹੜੇ ਡਿਪਾਰਟਮੈਂਟ ਆ ਉਸ ਦੇ ਦੁਆਰਾ ਬਣਾਏ ਜਾਂਦੇ ਨੇ। ਉਹ ਸਾਰੀਆਂ ਕਰਤੀਆਂ ਨੂੰ ਮਾਨਤਾ ਦਿੰਦਾ ਹੈ ਅਤੇ ਪੂਰੇ ਵਿਸ਼ਵ ਦੇ ਵਿੱਚ ਇੱਕੋ ਹੀ ਕਰਤੀ ਹੋਵੇਗੀ, ਜਾਣੀ ਕਿ ਜੇ ਬਲੂ ਕਲਰ ਦਿਖਾਇਆ ਜਾ ਰਿਹਾ ਮੈਪ ਦੇ, ਤਾਂ ਇਹਦਾ ਮਤਲਬ ਕਿ ਵਾਟਰ ਜਿਹੜਾ ਉਹ ਕਿਤੇ ਵੀ ਜੇਕਰ ਬਲੂ ਪੁਆਇੰਟਾਂ ਦਿਖਾਇਆ ਤਾਂ ਉਹ ਪਾਣੀ ਨੂੰ ਸ਼ੋ ਕਰੇਗਾ, ਠੀਕ ਹੈ, ਅਲੱਗ-ਅਲੱਗ ਤਰੀਕੇ ਦੇ ਨਾਲ। ਇਹ ਵਿਭਾਗ ਬਹੁਤ ਹੀ ਜਲਦੀ ਅਤੇ ਆਸਾਨੀ ਦੇ ਨਾਲ ਇਹਨਾਂ ਨਕਸ਼ਿਆਂ ਨੂੰ ਜਿਹੜਾ ਡਰਾਇੰਗ ਕਰਕੇ ਸਾਰਿਆਂ ਦੇ ਸਾਹਮਣੇ ਪੇਸ਼ ਕਰਦਾ ਹੈ, ਜਿਹਦੇ ਨਾਲ ਕਿ ਚੰਗੇ ਤਰੀਕੇ ਦੇ ਨਾਲ ਉਹ ਸਮਝ ਸਕਦੇ ਨੇਗੇ ਇਸ ਤਰੀਕੇ ਨਾਲ। ਸੋ ਇਹੀ ਕਨਵੈਨਸ਼ਨਲ ਸਾਇੰਸ ਨੇ ਕਿ ਪ੍ਰਮਾਣਿਕ ਚਿੰਨ੍ਹ ਜਿਹੜੇ ਕਿ ਮੈਪ ਦੇ ਉੱਪਰ ਹੁੰਦੇ ਨੇ। ਕੁਛ ਇੰਪੋਰਟੈਂਟਸ ਨੇ ਉਹਨਾਂ ਬਾਰੇ, ਵੈਸੇ ਬਹੁਤ ਸਾਰੇ ਨੇ, ਉਹਨਾਂ ਨੂੰ ਅਗਲੀਆਂ ਜਿਹੜੀਆਂ ਵੀਡੀਓਜ਼ ਹੋਣੀਆਂ ਉਹਨਾਂ ਦੇ ਵਿੱਚ ਚੈਪਟਰ ਵਾਈਜ਼ ਡਿਸਕਸ ਕਰਾਂਗੇ। ਸੋ ਇਸ ਚੈਪਟਰ ਦੇ ਵਿੱਚ ਸਿਰਫ ਇੰਨੀਆਂ ਹੀ ਸੀ। ਸੋ ਬਾਊਂਡਰੀਜ਼ ਫਸਟ ਆ ਜਾਂਦਾ ਹੈ। ਬਾਊਂਡਰੀਜ਼ ਦੇ ਵਿੱਚ ਜਿਹੜੀਆਂ ਆ ਜਾਂਦੀਆਂ ਹੈ, ਸੋ ਬਾਊਂਡਰੀਜ਼ ਜਿਹੜੀਆਂ ਹੁੰਦੀਆਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਹੁੰਦੀਆਂ ਨੇ। ਇੱਕ ਇੰਟਰਨੈਸ਼ਨਲ ਬਾਊਂਡਰੀ ਹੁੰਦੀ ਹੈ, ਸੋ ਇਸ ਪੁਆਇੰਟ ਦੇ ਨਾਲ ਸ਼ੋ ਕਰੀ ਜਾਂਦੀ ਹੈ ਉਹ ਔਨ ਦਾ ਓਸ਼ਨ ਦੇ ਵਿੱਚ ਇਸ ਤਰੀਕੇ ਦੇ ਨਾਲ ਸ਼ੋ ਕਰਦੇ ਨੇ। ਸਟੇਟ ਐਂਡ ਯੂਨੀਅਨ ਜਿਹੜੀ ਹੈਗੀ ਨੇ ਉਹ ਇਸ ਲਾਈਨ ਦੇ ਥਰੂ ਸ਼ੋ ਕੀਤੀ ਜਾਂਦੀ ਹੈ। ਨੈਕਸਟ ਆਉਂਦਾ ਹੈ ਪਾਪੂਲੇਸ਼ਨ, ਠੀਕ ਹੈ। ਨੈਕਸਟ ਆ ਜਾਂਦਾ ਹੈ ਕੈਪੀਟਲ ਆਫ ਏ ਕੰਟਰੀ। ਸੋ ਕੈਪੀਟਲ ਜਿਹੜੀ ਦਿਖਾਈ ਜਾਂਦੀ ਹੈ ਉਹ ਇਸ ਤਰੀਕੇ ਦੇ ਨਾਲ ਦਿਖਾਈ ਜਾਂਦੀ ਹੈ, ਪੁਆਇੰਟ ਲੱਗ ਉੱਤੇ ਚਾਰੋਂ ਤਰਫ ਇੱਕ ਸਰਕਲ ਲਾਇਆ ਜਾਂਦਾ ਹੈ। ਕੈਪੀਟਲ ਆਫ ਸਟੇਟ ਔਰ ਯੂਨੀਅਨ ਟੈਰੀਟਰੀ, ਉਸ ਨੂੰ ਵੱਡੇ ਇੱਕ ਪੁਆਇੰਟ ਦੇ ਨਾਲ ਜਾਂਦਾ। ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਏਰੀਆ ਜਿਹੜਾ ਉਹ ਛੋਟੇ ਬਿੰਦੂ ਦੇ ਨਾਲ ਦਿਖਾਇਆ ਜਾਂਦਾ ਹੈ। ਅਦਰ ਟਾਊਨਸ ਜਿਹੜੇ ਉਹ ਇਸ ਤਰੀਕੇ ਨਾਲ ਆ ਜਾਂਦੇ। ਤੁਸੀਂ ਇਸ ਨੂੰ ਦੇਖ ਸਕਦੇ ਹੋ ਤੁਹਾਡੇ ਘਰ ਜੇਕਰ ਕੋਈ ਮੈਪ ਹੈ ਉੱਥੇ ਤੁਹਾਨੂੰ ਇਸੇ ਚੀਜ਼ਾਂ ਦੇ ਨਾਲ ਦਿਖਾਇਆ ਜਾਵੇਗਾ। ਮੀਨਸ ਆਫ ਟਰਾਂਸਪੋਰਟੇਸ਼ਨ, ਇੰਟਰਨੈਸ਼ਨਲ ਏਅਰਵੇਜ਼, ਰੇਲਵੇ ਲਾਈਨਸ ਔਰ ਇੰਪੋਰਟੈਂਟ ਰੇਲਵੇ, ਨੈਸ਼ਨਲ ਰੋਡਵੇਜ਼, ਰੇਲਵੇ ਟਨਲਸ, ਇਸ ਤਰੀਕੇ ਨਾਲ ਸ਼ੋ ਕੀਤੀ ਜਾਂਦੀ ਹੈ। ਵਾਟਰ ਸਿੰਬਲਸ ਆ ਜਾਂਦੇ ਨੇ ਜਿਵੇਂ ਕਿ ਗਲੇਸ਼ੀਅਰ ਹੋ ਗਿਆ, ਇਸ ਤਰੀਕੇ ਨਾਲ ਦਿਖਾਇਆ ਜਾਂਦਾ ਹੈ। ਮਾਰਸ਼ੇ ਹੋ ਗਿਆ, ਦਲਦਲ ਜਿਹੜੀ ਹੋ ਜਾਂਦੀ ਹੈ, ਠੀਕ ਹੈ। ਕੋਲਰ ਰੀਫ ਜਿਹੜੀਆਂ ਮੂੰਗੀ ਦੀ ਚਟਾਨ ਜਿਹੜੀ ਅਸੀਂ ਕਹਿ ਸਕਦੇ ਹੈਗੇ ਆਂਗੇ। ਕੰਟੂਅਰਸ ਹੋ ਜਾਂਦੇ ਹੈਗੇ ਰਿਵਰਸ ਹੋ ਗਈਆਂ, ਕਨਾਲਸ ਹੋ ਗਈਆਂ, ਵਾਟਰ ਪਾਈਪਲਾਈਨਸ ਹੋ ਗਈਆਂ, ਠੀਕ ਹੈ। ਫਿਜੀਓਗ੍ਰਾਫੀਕਲ ਕੰਟੂਅਰ ਆ ਗਏ, ਡੈਜ਼ਰਟ ਹੋ ਗਏ,
हाइट ऑफ पीक यानी कि उच्चा पॉइंट है, सब तो उच्ची चोटी है उसमें दिखाने के लिए। स्पोर्ट हाइट हो गई, ऑयल एंड गैस हो गया, ठीक है, ऑयल पाइप होगी एंड गैस पाइपलाइन हो गया। इसमें इस तरीके ਨਾਲ ਸ਼ੋ ਕੀਤਾ ਜਾਂਦਾ। ਇਹ ਸਾਰੀਆਂ ਜਿਹੜੀਆਂ ਲੋਕ ਸਿੰਬਲਸ ਨੇ ਇਹ ਮੈਪ ਦੇ ਲਈ ਨੇ ਔਰ ਸਾਰੇ ਵਿਸ਼ਵ ਦੇ ਵਿੱਚ ਇਹੋ ਸਿੰਬਲਸ ਜਿਹੜੇ ਵਰਤੇ ਜਾਂਦੇ ਨੇ। ਸੋ ਇਹ ਜਿਹੜੇ ਸਿੰਬਲਸ ਬਣਾਏ ਜਾਂਦੇ ਨੇ ਇਹ ਅਪਰੂਵਡ ਕੀਤੇ ਜਾਂਦੇ ਨੇ ਸਰਵੇ ਆਫ ਇੰਡੀਆ ਦੁਆਰਾ ਜਾਂ ਜੋ ਹੋਰ ਅਲੱਗ-ਅਲੱਗ ਸੰਸਥਾਵਾਂ ਨੇ ਕਿ ਵਿਸ਼ਵ ਦੇ ਵਿੱਚ ਉਹਨਾਂ ਦੁਆਰਾ। Beside distance diction conventional symbols, there are other components also. Example for title key to explain symbols। ਸੋ ਹੋਰ ਇਸ ਤੋਂ ਇਲਾਵਾ ਟਾਈਟਲ ਵੀ ਜ਼ਰੂਰੀ ਹੈਗਾ ਕਿ ਕਿਸ ਦਾ ਮੈਪ ਹੈ, ਠੀਕ ਹੈ, ਕਿਸ ਚੀਜ਼ ਲਈ ਉਹ ਮੈਪ ਬਣਾਇਆ ਗਿਆ ਹੈ, ਇੰਡੀਆ ਦਾ ਹੈ, ਵਰਲਡ ਦਾ ਹੈ, ਪੰਜਾਬ ਦਾ ਹੈ, ਬਠਿੰਡੇ ਦਾ ਹੈ, ਲੁਧਿਆਣੇ ਦਾ ਹੈ। ਸੋ ਉਸ ਚੀਜ਼ ਨੂੰ ਸ਼ੋ ਕਰਨ ਦੇ ਲਈ ਟਾਈਟਲ ਵੀ ਜ਼ਰੂਰੀ ਹੈ। ਕੀ ਟੂ ਐਕਸਪਲੇਸ਼ਨ ਜਿਹੜਾ ਹੈਗਾ ਨਕਸ਼ਾ ਸੰਕੇਤ ਵੀ ਜਿਹੜਾ ਜ਼ਰੂਰੀ ਹੈ। ਸਮਟਾਈਮਸ ਕਲਰਸ ਆਰ ਆਲਸੋ ਯੂਜ਼ਡ ਟੂ ਸ਼ੋ ਸਰਟਨ ਫਿਜ਼ੀਕਲ ਫੀਚਰਸ। ਫੋਰ ਐਗਜ਼ਾਮਪਲ ਓਸ਼ਨਸ ਐਂਡ ਵਾਟਰ ਬੋਡੀਜ਼ ਆਰ ਸ਼ੋਨ ਬਲੂ ਕਲਰਸ, plain area in green colors, uplands in yellow, mountains in brown colors, likewise snow on the hills is shown white color। ਸੋ ਬਹੁਤ ਸਾਰੇ ਫਿਜ਼ੀਕਲ ਫੀਚਰਸ ਨੂੰ ਸਮਝਣ ਦੇ ਲਈ ਅਸੀਂ ਕਲਰਸ ਦਾ ਵੀ ਇਸਤੇਮਾਲ ਕਰਦੇ ਹਾਂ। ਐਗਜ਼ਾਮਪਲ ਦੇ ਲਈ ਓਸ਼ਨ ਦੀ ਜਿਹੜੀ ਵਾਟਰ ਬੋਡੀ ਆ ਉਸ ਨੂੰ ਅਸੀਂ ਬਲੂ ਕਲਰ ਦੇ ਨਾਲ ਸ਼ੋ ਕਰਦੇ ਹਾਂ ਪੂਰੇ ਵਿਸ਼ਵ ਦੇ ਵਿੱਚ ਮੈਪ ਦੇ ਉੱਪਰ। ਪਲੇਨਸ ਲਈ ਅਸੀਂ ਗ੍ਰੀਨ ਕਲਰ ਦਾ ਇਸਤੇਮਾਲ ਕਰਦੇ ਹਾਂ, ਅਪਲੈਂਡ ਜਿਹੜੇ ਉਹ ਯੈਲੋ ਕਲਰ ਦੇ ਲਈ ਆ ਜਾਂਦੇ ਨੇ, ਮਾਊਂਟੇਨ ਜਿਹੜੇ ਨੇ ਉਹ ਬਰਾਊਨ ਕਲਰ ਦੇ ਲਈ ਆ ਜਾਂਦੇ ਨੇ। ਸੌਰੀ ਔਰ ਸਨੋ ਨੂੰ ਸ਼ੋ ਕਰਨ ਦੇ ਲਈ ਅਸੀਂ ਵਾਈਟ ਕਲਰ ਦਾ ਜਿਹੜਾ ਇਸਤੇਮਾਲ ਕਰਦੇ ਹਾਂ। ਨੈਕਸਟ ਹੈ ਹਾਊ ਟੂ ਸਟੱਡੀ ਏ ਮੈਪ। ਸੋ ਨਕਸ਼ੇ ਨੂੰ ਕਿਵੇਂ ਪੜ੍ਹਿਆ ਜਾ ਸਕਦਾ ਹੈ ਜਾਂ ਕਿਵੇਂ ਪੜ੍ਹਿਆ ਜਾਵੇ। The map is drawn according to the actual distance, directions and other features of an area on the earth. You see an arrow mark in the right hand side margin on a map. As you know, this arrow with it is a tip marked and is called the north. It will enable you to find the other direction on the map. Sometimes in a map this north line is not given. It should not cause any confusion or difficulty because by conventions and practice the top of the map is always taken taken to be north. With the help of north line you can tell direction of your state Punjab in the map of India or any other place of the world। ਸੋ ਅਸੀਂ ਮੈਪ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਸਟੱਡੀ ਕਰ ਸਕਦੇ ਹੈਗੇ ਆਂਗੇ। ਮੈਪ ਨੂੰ ਪੜ੍ਹਨ ਦੇ ਲਈ ਸਾਨੂੰ ਜਿਹੜਾ ਪਤਾ ਹੋਣਾ ਚਾਹੀਦਾ ਹੈ ਐਕਚੁਅਲ ਡਿਸਟੈਂਸ ਦਾ, ਡਾਇਰੈਕਸ਼ਨ ਦਾ ਪਤਾ ਹੋਣਾ ਚਾਹੀਦਾ ਹੈ, ਠੀਕ ਹੈ, ਔਰ ਹੋਰ ਜਿਹੜੀ ਫੀਚਰਸ ਨੇਗੇ ਉਹਨਾਂ ਦੇ ਬਾਰੇ ਵੀ ਸਾਨੂੰ ਜਿਹੜਾ ਪਤਾ ਹੋਣਾ ਚਾਹੀਦਾ ਹੈ। ਸੋ ਅਕਸਰ ਮੈਪ ਦੇ ਜਿਹੜਾ ਰਾਈਟ ਹੈਂਡ ਦੀ ਸਾਈਡ ਦੇ ਉੱਪਰ ਇੱਕ ਮਾਰਜਨ ਜਿਹੜਾ ਹੁੰਦਾ ਹੈਗਾ, ਠੀਕ ਹੈ, ਸੱਜੇ ਦੀ ਕੋਣ ਉੱਪਰ ਤੀਰ ਬਣਿਆ ਹੁੰਦਾ ਜਿਹਨੂੰ ਐਰੋ ਕਹਿ ਦਿੰਦੇ ਹੈਗੇ, ਠੀਕ ਹੈ, ਇਹਨਾਂ ਦੇ ਨਾਲ ਸ਼ੋ ਕੀਤਾ ਹੁੰਦਾ, ਪਹਿਲਾਂ ਹੀ ਦੱਸ ਚੁੱਕੇ ਹਾਂ, ਉਸ ਨੂੰ ਨਾਰਥ ਪੁਆਇੰਟ ਕਹਿੰਦੇ ਨੇਗੇ। ਔਰ ਕਈ ਵਾਰ ਕੀ ਹੁੰਦਾ ਹੈ ਕਿ ਇਹ ਨਾਰਥ ਵਾਲਾ ਪੁਆਇੰਟ ਕਿਸੇ ਨਾ ਕਿਸੇ ਮੈਪ ਦੇ ਉੱਪਰ ਨਹੀਂ ਦਿੱਤਾ ਹੁੰਦਾ ਹੈ, ਬਟ ਇਸ ਦੇ ਵਿੱਚ ਕਹਿੰਦੇ ਕਿ ਕਨਫਿਊਜ਼ ਹੋਣ ਵਾਲੀ ਇਹ ਗੱਲ ਨਹੀਂ ਹੈਗੀ ਕਿਉਂਕਿ ਜਿਹੜਾ ਮੈਪ ਦਾ ਟੌਪ ਵਾਲਾ ਸਿਰਾ ਹੁੰਦਾ ਹੈ, ਉੱਪਰ ਵਾਲਾ ਸਿਰਾ ਹੁੰਦਾ ਹੈ, ਉਸ ਨੂੰ ਨਾਰਥ ਪੁਆਇੰਟ ਮੰਨਿਆ ਜਾਂਦਾ ਹੈ ਹਰ ਹਾਲਤ ਦੇ ਵਿੱਚ, ਠੀਕ ਹੈ। ਬਟ ਸਾਨੂੰ ਮੈਪ ਸਟੱਡੀ ਕਰਨਾ ਆਉਣਾ ਚਾਹੀਦਾ ਹੈ ਕਿ ਉਸ ਦਾ ਸਹੀ ਪਾਸਾ ਕਿਹੜਾ ਹੈ, ਉਸ ਦੇ ਅਕੋਰਡਿੰਗ ਜਿਹੜਾ ਉਹ ਟੌਪ ਵਾਲਾ ਪੁਆਇੰਟ ਹੋਵੇਗਾ ਉਹ ਨਾਰਥ ਹੋਵੇਗਾ। ਸੋ ਇਸ ਲਈ ਇਹਦੇ ਵਿੱਚ ਐਡੀ ਕਨਫਿਊਜ਼ਨ ਵਾਲੀ ਗੱਲ ਨਹੀਂ ਹੈਗੀ ਕਿ ਇਸ ਨੂੰ ਸਮਝਣ ਲਈ ਸਾਨੂੰ ਸਾਰੇ ਕਨਵੈਨਸ਼ਨਲ ਸਾਇੰਸ ਪਤਾ ਹੋਣੇ ਚਾਹੀਦੇ ਹੈਗੇ ਨੇਗੇ। ਉਸ ਨੂੰ ਪਹਿਲਾਂ ਅਸੀਂ ਦੇਖਿਆ ਹੋਣਾ ਚਾਹੀਦਾ ਹੈਗਾ ਕਿਹੜੀ ਕੰਟਰੀ ਨੂੰ ਕਿਵੇਂ ਸ਼ੋ ਕੀਤਾ ਜਾਂਦਾ, ਬਟ ਨੂੰ ਕਿਸ ਚੀਜ਼ ਨਾਲ ਸ਼ੋ ਕੀਤਾ ਜਾਂਦਾ ਹੈ, ਸਕੇਲ ਕਿਵੇਂ ਬਣਾਇਆ ਜਾਂਦਾ ਹੈ, ਡਿਸਟੈਂਸ ਕਿਵੇਂ ਦਿਖਾਇਆ ਜਾਂਦਾ ਹੈ, ਡਾਇਰੈਕਸ਼ਨ ਕਿਵੇਂ ਨੇਗੀਆਂ, ਕਿਹੜੀ ਡਾਇਰੈਕਸ਼ਨ ਕਿੱਧਰ ਹੈ, ਉਸ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਨਕਸ਼ੇ ਨੂੰ ਸਮਝਣ ਤੋਂ ਪਹਿਲਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਝਣਾ ਪਊਗਾ, ਫਿਰ ਅਸੀਂ ਜਿਹੜਾ ਨਕਸ਼ੇ ਨੂੰ ਸਮਝ ਸਕਦੇ ਹਾਂ। ਸੋ ਥੈਂਕ ਯੂ ਵੈਰੀ ਮੱਚ ਵੀਡੀਓ ਦੇਖਣ ਦੇ ਲਈ। ਸੋ ਜੇਕਰ ਵੀਡੀਓ ਅੱਛੀ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਔਰ ਨਾਲ ਹੀ ਸ਼ੇਅਰ ਕਰ ਦਿਓ ਫਰੈਂਡ ਸਰਕਲ ਦੇ ਵਿੱਚ। ਥੈਂਕ ਯੂ ਵੈਰੀ ਮੱਚ।